ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸਿੰਘ ਜੀਓ, ਸਰਦਾਰ ਹਰੀ ਸਿੰਘ ਨਲੂਆ ਇਸ ਦੇ ਨਾਮ ਤੋਂ ਪੂਰੀ ਦੁਨੀਆ ਭਲੀ ਭਾਤ ਬਾਕਵਾ। ਕਿਉਂਕਿ ਸਾਰੇ ਦੁਨੀਆ ਦੇ ਜਿੰਨੇ ਵੀ ਜਰਨੈਲ ਹੋਏ ਆ, ਸਾਰੇ ਜਰਨੈਲਾਂ ਵਿੱਚੋਂ ਜੋ ਸ਼੍ਰੋਮਣੀ ਜਰਨੈਲ ਹੋਏ ਆ ਉਹ ਸਰਦਾਰ ਹਰੀ ਸਿੰਘ ਨਲੂਆ ਹੀ ਜਾਣੇ ਜਾਂਦੇ ਆ। ਸੋ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਦੇ ਵਿਲੱਖਣ ਕਾਰਨਾਮੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਦੇ ਜੀਵਨ ਦੇ ਸੰਬੰਧੀ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਜਿੱਥੇ ਜਤ ਸਤ ਦੇ ਧਾਰਨੀ ਸੀਗੇ ਉੱਥੇ ਬਹੁਤ ਜ਼ਿਆਦਾ ਭਜਨੀਕ ਔਰ ਖਲਕਤ ਦੀ ਸੇਵਾ ਕਰਨ ਦੇ ਵਿੱਚ ਸਭ ਤੋਂ ਮੋਢੀ ਗਿਣੇ ਜਾਂਦੇ ਸੀਗੇ। ਸਰਦਾਰ ਹਰੀ ਸਿੰਘ ਨਲੂਏ ਦੇ ਜਿਹੜੇ ਪਿਤਾ ਸੀ ਸਰਦਾਰ ਗਰਦਿਆਲ ਸਿੰਘ, ਇਹ ਵੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਤਕੜੇ ਯੋਧੇ ਮੰਨੇ ਗਏ ਆ। ਇਹਨਾਂ ਨੇ ਸਿੱਖ ਫੌਜਾਂ ਦੇ ਅੰਦਰ ਪੰਥ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਆ, ਜਿਹਦੇ ਵਿੱਚੋਂ ਕਈ ਜੰਗਾਂ ਸਰਦਾਰ ਗਰਦਿਆਲ ਸਿੰਘ ਹੁਣਾਂ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਸੀਗੀਆਂ। ਸੋ ਸਰਦਾਰ ਹਰੀ ਸਿੰਘ ਨਲੂਏ ਦੇ ਵਿੱਚ ਇਹ ਜੋ ਬਹਾਦਰੀ ਦੇ ਗੁਣ ਆ ਇਹ ਪਿਤਾ ਪੁਰਖੀ ਆ। ਅਤੇ ਸਰਦਾਰ ਹਰੀ ਸਿੰਘ ਨਲੂਏ ਦੀ ਮਾਤਾ ਜੀ ਦਾ ਨਾਮ ਬੀਬੀ ਧਰਮ ਕੌਰ ਜੀ ਹੈ। ਸੋ ਬੀਬੀ ਧਰਮ ਕੌਰ ਵੀ ਜਿਹੜੇ ਸੀਗੇ ਇਹ ਬਹੁਤ ਸ਼ਾਂਤੀ ਦੇ ਪੁੰਜ, ਬਹੁਤ ਸਹਿ ਸੁਭਾਅ ਔਰ ਖਾਸ ਕਰਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬੜੇ ਉਪਾਸ਼ਕ ਹੋਏ ਆ। ਸੋ ਘਰ ਦੇ ਵਿੱਚ ਸ਼ੁਰੂ ਤੋਂ ਸਿੱਖੀ ਹੋਣ ਕਰਕੇ ਖਾਸ ਕਰਕੇ ਜਿਹੜਾ ਜ਼ਿਆਦਾ ਧਿਆਨ ਸੀ ਹਰੀ ਸਿੰਘ ਨਲੂਏ ਦਾ ਉਹ ਤਾਂ ਗੁਰਸਿੱਖਾਂ ਦੀ ਜੋ ਧਾਰਮਿਕ ਕਿਰਿਆ ਸੀਗੀ ਉਸ ਦੇ ਵੱਲ ਜ਼ਿਆਦਾ ਵਿਸ਼ੇਸ਼ ਤੌਰ 'ਤੇ ਰਿਹਾ ਹੈਗਾ। ਸੋ ਸਰਦਾਰ ਹਰੀ ਸਿੰਘ ਨਲੂਏ ਜੀ ਦੇ ਜੀਵਨ ਦੇ ਵਿੱਚ ਉਦੋਂ ਸਭ ਤੋਂ ਵੱਡਾ ਧੱਕਾ ਇਸ ਸਮੇਂ ਦਾ ਲੱਗਾ ਸੀ ਜਦੋਂ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਇਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀਗੇ। ਸੋ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਦੀ ਜਿਹੜੀ ਪਾਲਣ ਪੋਸ਼ਣ ਸੀ ਇਹਨਾਂ ਦੇ ਮਾਮਾ ਜੀ ਨੇ ਕੀਤੀ ਸੀ। ਸੋ ਇਹਨਾਂ ਦੇ ਮਾਮਾ ਜੀ ਵੀ ਆਪ ਸੂਰਵੀਰ ਬਹਾਦਰ ਯੋਧੇ ਹੋਏ ਆ। ਸੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਜੀ ਨੂੰ ਜਿੱਥੇ ਘੋੜ ਸਵਾਰੀ ਸ਼ਸਤਰ ਵਿੱਦਿਆ ਦੇ ਨਾਲ ਉੱਥੇ ਗੁਰਬਾਣੀ ਇੰਨੇ ਗੂੜ ਅਤੇ ਬੜੇ ਭਗਤੀ ਭਾਵ ਵਾਲੇ ਗੁਣ ਭਰੇ ਆ ਕਿ ਜਿਸ ਦੇ ਨਾਲ ਹਰੀ ਸਿੰਘ ਨਲੂਏ ਜਿਹੜੇ ਸੀ ਜਿੱਥੇ ਅਧਿਆਤਮਿਕ ਤੌਰ 'ਤੇ ਰੂਹਾਨੀ ਤੌਰ 'ਤੇ ਮਜ਼ਬੂਤ ਹੋਏ ਆ ਉੱਥੇ ਜਿਸਮਾਨੀ ਤੌਰ ਉੱਤੇ ਵੀ ਜ਼ਿਆਦਾ ਮਜ਼ਬੂਤ ਹੋਏ ਆ। ਕਿਉਂਕਿ ਇਹਨਾਂ ਦੇ ਮਾਮਾ ਜੀ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਕੁਸ਼ਤੀ ਲੜਨ ਦੇ ਵਿੱਚ ਐਸੇ ਦਾਅ ਪੇਚ ਸਿਖਾਏ ਸੀ ਕਿ ਕੋਈ ਵੀ ਜਿਹੜਾ ਵਿਅਕਤੀ ਸੀ ਇਲਾਕੇ ਦੇ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਸਾਹਮਣਾ ਨਹੀਂ ਸੀ ਕਰ ਸਕਦਾ। ਸੋ ਉਹਨਾਂ ਸਮਿਆਂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਇਲਾਕੇ ਦੇ ਉੱਤੇ ਆਪਣਾ ਰਾਜ ਕਰਦੇ ਹੁੰਦੇ ਸੀ ਅਤੇ ਸਰਦਾਰ ਹਰੀ ਸਿੰਘ ਜੀ ਜਿਹੜੇ ਸੀਗੇ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿੰਨੀ ਵੀ ਜਿਹੜੀ ਕਾਰਜਕਾਰੀ ਸੀ ਇਸ ਤੋਂ ਬੜੇ ਖੁਸ਼ ਹੁੰਦੇ ਸੀਗੇ। ਅਤੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਦੇ ਵਿਖੇ ਇੱਕ ਸਾਲਾਨਾ ਦੀਵਾਨ ਲਗਾਉਂਦੇ ਹੁੰਦੇ ਸੀਗੇ। ਇਹ ਜਿਹੜਾ ਸਾਲਾਨਾ ਦੀਵਾਨ ਹੁੰਦਾ ਸੀਗਾ ਇਸ ਨੂੰ ਬਸੰਤੀ ਦੀਵਾਨ ਦੇ ਨਾਲ ਜਿਹੜਾ ਸੀ ਉਹ ਜਾਣਿਆ ਜਾਂਦਾ ਸੀਗਾ। ਸੋ ਇਸ ਦੇ ਵਿੱਚ ਉਸ ਟਾਈਮ ਜਿੰਨੇ ਵੀ ਦੀਵਾਨ ਦੇ ਵਿੱਚ ਸ਼ਿਕਰਤ ਕਰਦੇ ਹੁੰਦੇ ਸੀਗੇ ਖਾਲਸੇ ਪੰਥ ਦੇ ਜਿੰਨੇ ਵੀ ਜਥੇਦਾਰ ਸਿੰਘ ਸਿੰਘਣੀ ਭੁਜੰਗੇ ਉਹ ਬਸੰਤੀ ਰੰਗ ਦੀਆਂ ਦਸਤਾਰਾਂ ਜਾਂ ਚੁੰਨੀਆਂ ਲੈ ਕੇ ਇਸ ਦੀਵਾਨ ਦੇ ਵਿੱਚ ਆਉਂਦੇ ਹੁੰਦੇ ਸੀ। ਔਰ ਇਸ ਬਸੰਤੀ ਦੀਵਾਨ ਦੇ ਸਮੇਂ ਦੇ ਵਿੱਚ ਖਾਸ ਕਰਕੇ ਸਰਦਾਰ ਹਰੀ ਸਿੰਘ ਨਲੂਆ ਜੀ ਜਿੱਥੇ ਗੁਰਬਾਣੀ ਵਿੱਚ ਬਹੁਤ ਵੱਡੇ ਸੰਤਾਂ ਮਹਾਤਮਾ ਨੂੰ ਬੁਲਾਉਂਦੇ ਹੁੰਦੇ ਸੀਗੇ, ਬੜੇ ਜਿਹੜੇ ਵਿਦਵਾਨ ਆਉਂਦੇ ਹੁੰਦੇ ਸੀਗੇ, ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਖੇਲਾਂ ਸੀਗੀਆਂ ਖਾਲਸੇ ਰੰਗ ਦੀਆਂ ਉਹ ਵੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹ ਕਰਾਉਂਦੇ ਹੁੰਦੇ ਸੀ। ਸੋ ਜ਼ਿਆਦਾ ਖੇਡਾਂ ਹੁੰਦੀਆਂ ਸੀਗੀਆਂ। ਇਹਨਾਂ ਦੇ ਵਿੱਚ ਜਿਹੜੇ ਖਾਲਸੇ ਦੇ ਜੌਹਰ ਸੀਗੇ ਗੱਤਕਾ, ਘੋੜ ਸਵਾਰੀ ਔਰ ਖਾਸ ਕਰਕੇ ਕੁਸ਼ਤੀ ਮੁਕਾਬਲੇ ਵੀ ਕਰਾਏ ਜਾਂਦੇ ਸੀਗੇ। ਅਤੇ ਜਿਹੜੇ ਪਹਿਲਵਾਨ ਕੁਸ਼ਤੀ ਮੁਕਾਬਲੇ ਵਿੱਚ ਅੱਵਲ ਆਉਂਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਕੁਸ਼ਤੀ ਮੁਕਾਬਲੇ ਵਿੱਚ ਰਹਿਣ ਵਾਲੇ ਪਹਿਲਵਾਨਾਂ ਨੂੰ ਸਿੱਧੀ ਆਫਰ ਦੇਣਦੇ ਹੁੰਦੇ ਸੀਗੇ ਕਿ ਉਹ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਸਕਦੇ ਆ ਅਤੇ ਉਹਨਾਂ ਵਾਸਤੇ ਚੰਗੇ ਪੱਤੇ ਚੰਗੇ ਮੌਕੇ ਤਰੱਕੀ ਦੇ ਉਹਨਾਂ ਵਾਸਤੇ ਖੁੱਲ੍ਹੇ ਦਿੱਤੇ ਜਾਂਦੇ ਸੀਗੇ। ਇਸ ਕਰਕੇ ਜਿੰਨੇ ਖਾਸ ਕਰਕੇ ਕੁਸ਼ਤੀ ਪਹਿਲਵਾਨ ਹੁੰਦੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਭਰਤੀ ਹੁੰਦੇ ਸੀਗੇ। ਔਰ ਦੱਸਦੇ ਆ ਕਿ ਇਹਦੇ ਵਿੱਚ ਇੱਕ ਪਰੰਪਰਾ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਚਲਾਈ ਸੀਗੀ ਕਿ ਜਦੋਂ ਕੋਈ ਵੀ ਇਹਨਾਂ ਦੀ ਫੌਜ ਦਾ ਪਹਿਲਵਾਨ ਜਦੋਂ ਪਟਕੇ ਦੀ ਕੁਸ਼ਤੀ ਜਿੱਤਦਾ ਸੀਗਾ ਅਤੇ ਉਸ ਨੂੰ ਹਰਾਉਣ ਵਾਸਤੇ ਜਦੋਂ ਇਹ ਪਬਲਿਕ ਦੇ ਵਿੱਚ ਇਹ ਐਲਾਨ ਕੀਤਾ ਜਾਂਦਾ ਸੀਗਾ ਕਿ ਕੋਈ ਐਸਾ ਪਹਿਲਵਾਨ ਯੋਧਾ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਹਿਲਵਾਨ ਨੂੰ ਹਰਾ ਸਕੇ। ਸੋ ਉਸ ਟਾਈਮ ਅਗਰ ਕੋਈ ਨਿਕਲਦਾ ਸੀਗਾ ਤਾਂ ਠੀਕ ਆ, ਅਗਰ ਨਹੀਂ ਨਿਕਲਦਾ ਸੀਗਾ ਤਾਂ ਫਿਰ ਉਹ ਪਟਕੇ ਦੀ ਕੁਸ਼ਤੀ ਜਿਹੜੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪਹਿਲਵਾਨ ਨੂੰ ਹੀ ਦਿੱਤੀ ਜਾਂਦੀ ਸੀਗੀ। ਪਰ ਇੱਕ ਵਾਰ ਜਦ ਇਹ ਬਸੰਤੀ ਦੀਵਾਨ ਉਹਨਾਂ ਟਾਈਮਾਂ ਦੇ ਵਿੱਚ ਲੱਗਾ ਸੀਗਾ ਜਿਹਦੇ ਵਿੱਚ ਪਟਕੇ ਦੀ ਕੁਸ਼ਤੀ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਇੱਕ ਕੁਸ਼ਤੀ ਪਹਿਲਵਾਨ ਨੇ ਜਦੋਂ ਸਰ ਕੀਤੀ ਸੀਗੀ ਤਾਂ ਉਸ ਟਾਈਮ ਜਦ ਐਲਾਨ ਕੀਤਾ ਗਿਆ ਕਿ ਕੋਈ ਐਸਾ ਯੋਧਾ ਹੈਗਾ, ਕੋਈ ਐਸਾ ਪਹਿਲਵਾਨ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੁਸ਼ਤੀ ਪਹਿਲਵਾਨ ਨੂੰ ਹਰਾ ਸਕੇ। ਫਿਰ ਉਸ ਟਾਈਮ
ਹਰੀ ਸਿੰਘ ਨਲੂਏ ਜੀ ਜਿਹੜੇ ਸੀਗੇ ਉਸ ਨੂੰ ਲਲਕਾਰ ਕੇ ਮੈਦਾਨ ਦੇ ਵਿੱਚ ਖੜ੍ਹੇ ਹੋ ਗਏ ਸੀਗੇ। ਜਦੋਂ ਉਹਦੀ ਜਿਹੜੀ ਲਲਕਾਰਤਾ ਸੀ ਮਹਾਰਾਜਾ ਰਣਜੀਤ ਸਿੰਘ ਪਹਿਲਵਾਨ ਦੀ ਹਰੀ ਸਿੰਘ ਨਲੂਏ ਨੇ ਕਬੂਲ ਕੀਤੀ ਸੀ। ਫਿਰ ਦੱਸਦੇ ਆ ਕਿ ਜਦੋਂ ਇਹ ਕੁਸ਼ਤੀ ਹੋਈ ਸੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਟਾਈਮ ਕੁਸ਼ਤੀ ਦੇਖਣ ਵਾਲੇ ਜਿੰਨੇ ਵੀ ਬਸੰਤੀ ਦੀਵਾਨ ਦੇ ਵਿੱਚ ਸਿੰਘ ਸਿੰਘਣੀਆਂ ਅਤੇ ਭੁਜੰਗੀਆਂ ਇਕੱਠੇ ਹੋਏ ਸੀ, ਉਹਨਾਂ ਨੇ ਕੀ ਦੇਖਿਆ ਸੀਗਾ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਇੱਕੋ ਹੀ ਝਟਕੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੁਸ਼ਤੀ ਪਹਿਲਵਾਨ ਉਸ ਨੂੰ ਸਰ ਕਰ ਲਿਆ ਸੀਗਾ। ਜਦ ਸਰ ਕਰ ਲਿਆ ਸੀ, ਸਾਰੇ ਮੂੰਹ 'ਚ ਉਂਗਲੀਆਂ ਪਾਉਂਦੇ ਦੇਖਦੇ ਰਹਿ ਗਏ ਸੀਗੇ ਕਿ ਇਹ ਕਿਵੇਂ ਹੋ ਗਿਆ ਹੈਗਾ। ਪਰ ਉਸ ਤੋਂ ਬਾਅਦ ਫਿਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀਗਾ ਕਿ ਮੈਂ ਤਾਂ ਤੇਰੇ ਇੱਕ ਪਹਿਲਵਾਨ ਨੂੰ ਚਿੱਤ ਕੀਤਾ ਹੈਗਾ, ਅਗਰ ਕੋਈ ਦੂਸਰਾ ਪਹਿਲਵਾਨ ਹੈ ਤਾਂ ਤੁਸੀਂ ਉਹ ਵੀ ਜਿਹੜਾ ਹੈ ਕੱਢ ਸਕਦੇ ਆ। ਫਿਰ ਦੱਸਦੇ ਆ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਹੀਂ, ਹਰੀ ਸਿੰਘ ਦੇ ਕਹਿਣ ਦੇ ਉੱਤੇ ਫਿਰ ਦੋ ਜਿਹੜੇ ਚੰਗੇ ਪਹਿਲਵਾਨ ਸੀ ਉਹ ਹਰੀ ਸਿੰਘ ਦੇ ਨਾਲ ਮੁਕਾਬਲੇ ਵਿੱਚ ਬਾਹਰ ਕੱਢੇ ਸੀਗੇ। ਜਦ ਮੁਕਾਬਲੇ 'ਚ ਬਾਹਰ ਕੱਢੇ ਸੀ, ਫਿਰ ਉਸ ਟਾਈਮ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੋਨੇ ਪਹਿਲਵਾਨ ਜਿਹੜੇ ਸੀਗੇ ਉਹ ਕੁਛ ਹੀ ਪਲਾਂ ਦੇ ਵਿੱਚ ਚਿੱਤ ਕਰ ਦਿੱਤੇ ਸੀਗੇ। ਜਦੋਂ ਪਹਿਲਵਾਨ ਚਿੱਤ ਕੀਤੇ ਉਸ ਤੋਂ ਬਾਅਦ ਫਿਰ ਇਹ ਗੱਲ ਜਿਹੜੀ ਵੱਧਦੀ ਗਈ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਜਿਹੜੇ 5 ਉੱਘੇ ਪਹਿਲਵਾਨ ਸੀਗੇ ਉਹਨਾਂ ਨੂੰ ਇਕੱਠਿਆਂ ਦੇ ਨਾਲ ਹਰੀ ਸਿੰਘ ਦੇ ਨਾਲ ਕੁਸ਼ਤੀ ਕਰਨ ਵਾਸਤੇ ਜਦ ਮੁਕਾਬਲੇ 'ਚ ਉਤਾਰਿਆ ਸੀਗਾ, ਅਤੇ ਫਿਰ ਹਰੀ ਸਿੰਘ ਨਲੂਏ ਨੇ ਉਹ ਜਿਹੜੇ 5 ਪਹਿਲਵਾਨ ਸੀਗੇ ਉਹਨਾਂ ਨੂੰ ਵੀ ਸਾਰੀ ਖਲਕਤ ਦੇ ਸਾਹਮਣੇ ਚਿੱਤ ਕਰ ਦਿੱਤਾ ਸੀਗਾ। ਜਦ ਚਿੱਤ ਕਰ ਦਿੱਤਾ ਸੀ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜੇ ਇੰਨੇ ਪ੍ਰਸੰਨ ਹੋਏ ਸੀ ਅਤੇ ਉਹਨਾਂ ਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੋਨੇ ਦਾ ਕੰਠਾ ਜਿਹਦੇ ਵਿੱਚ ਹੀਰੇ ਜਵਾਹਰਾਤ ਲੱਗੇ ਹੋਏ ਸੀ ਉਹ ਉਸੇ ਟਾਈਮ ਆਪਣੇ ਗਲੇ 'ਚੋਂ ਉਤਾਰ ਕੇ ਤਾਂ ਹਰੀ ਸਿੰਘ ਨਲੂਏ ਦੇ ਗਲ ਦੇ ਵਿੱਚ ਪਾ ਦਿੱਤਾ ਸੀ। ਔਰ ਨਾਲ ਇਹ ਵੀ ਆਫਰ ਕੀਤੀ ਸੀ ਕਿ ਅਗਰ ਤੁਸੀਂ ਚਾਹੁੰਦੇ ਆ ਤਾਂ ਤੁਸੀਂ ਮੇਰੀ ਫੌਜ ਦੇ ਵਿੱਚ ਭਰਤੀ ਹੋ ਸਕਦੇ ਆ ਅਤੇ ਮੈਂ ਤੁਹਾਨੂੰ ਉੱਚੇ ਅਹੁਦੇ ਦੀ ਸਿਫਾਰਿਸ਼ ਕਰਾਂਗਾ। ਜਦ ਇਹ ਗੱਲ ਹੋਈ ਸੀ ਤਾਂ ਫਿਰ ਹਰੀ ਸਿੰਘ ਨਲੂਏ ਨੇ ਆਪਣੀ ਮਾਤਾ ਬੀਬੀ ਧਰਮ ਕੌਰ ਜੀ ਨਾਲ ਸਲਾਹ ਕਰਕੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਇਹ ਦਿੱਤੀ ਹੋਈ ਪੇਸ਼ਕਸ਼ ਇਹ ਸਵੀਕਾਰ ਕੀਤੀ ਸੀ। ਅਤੇ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਜਿਹੜੇ ਹਿੱਸੇ ਬਣੇ ਹੁੰਦੇ ਸੀ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੁੰਦੀ ਸੀ ਉਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰ ਦਿਲ ਰੱਖਿਆ ਸੀਗਾ। ਅਤੇ ਇਸ ਸ਼ੇਰ ਦਿਲ ਪਲਟਨ ਦੇ ਵਿੱਚ ਫਿਰ ਹਰੀ ਸਿੰਘ ਨਲੂਆ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਭਰਤੀ ਹੋ ਗਏ ਸੀ। ਜਦ ਭਰਤੀ ਹੋ ਗਏ ਸੀ ਔਰ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਆਪਣਾ ਅੰਗ ਰੱਖਿਆ ਦੇ ਤੌਰ ਦੇ ਉੱਤੇ ਨਾਲ ਨਿਯੁਕਤ ਕਰ ਲਿਆ ਸੀਗਾ। ਇੱਕ ਸਮਾਂ ਉਹ ਵੀ ਆਇਆ ਜਦੋਂ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਆਪਣੇ ਕੁਛ ਅੰਗ ਰੱਖਿਆ ਦੇ ਨਾਲ ਜਦੋਂ ਕਿਸੇ ਜੰਗਲ ਦੇ ਵਿੱਚੋਂ ਲੰਘ ਰਹੇ ਸੀ, ਅਚਨਚੇਤ ਇੱਕ ਬੱਬਰ ਸ਼ੇਰ ਨੇ ਮਹਾਰਾਜਾ ਰਣਜੀਤ ਸਿੰਘ ਉੱਤੇ ਹਮਲਾ ਕਰ ਦਿੱਤਾ ਸੀਗਾ। ਜਦ ਹਮਲਾ ਕਰ ਦਿੱਤਾ ਸੀ, ਇਹ ਹਮਲਾ ਜਿਹੜਾ ਸੀ ਇੰਨਾ ਛੁਪਿਆ ਅਤੇ ਇੰਨਾ ਤੀਬਰ ਸੀਗਾ ਕਿ ਨਾਲ ਖੜ੍ਹੇ ਅੰਗ ਰੱਖਿਅਕ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਆਨ ਦੇ ਵਿੱਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਜਦ ਮਿਆਨ ਦੇ ਵਿੱਚੋਂ ਤਲਵਾਰ ਕੱਢਣ ਦਾ ਮੌਕਾ ਨਹੀਂ ਮਿਲੇ ਅਤੇ ਉਸੇ ਟਾਈਮ ਹਰੀ ਸਿੰਘ ਨਲੂਏ ਨੇ ਆਪ ਛਾਲ ਮਾਰ ਕੇ ਸ਼ੇਰ ਦਾ ਜਿਹੜਾ ਜਵਾੜਾ ਸੀਗਾ ਉਹ ਆਪਣੇ ਹੱਥਾਂ ਦੇ ਨਾਲ ਫੜ ਲਿਆ ਸੀਗਾ। ਜਦ ਜਵਾੜਾ ਹੱਥਾਂ ਨਾਲ ਫੜਿਆ ਸੀਗਾ ਅਤੇ ਇਹ ਜਵਾੜਾ ਜਿਹੜਾ ਸੀਗਾ ਇੰਨੀ ਜ਼ੋਰ ਦੇ ਨਾਲ ਹਰੀ ਸਿੰਘ ਨਲੂਏ ਨੇ ਦੋਨਾਂ ਪਾਸਾਂ ਤੋਂ ਖਿੱਚਿਆ ਸੀਗਾ ਕਿ ਇਹ ਜਵਾੜਾ ਜਿਹੜਾ ਸੀਗਾ ਇਹ ਬੱਬਰ ਸ਼ੇਰ ਦਾ ਉਸੇ ਟਾਈਮ ਪਾਟ ਗਿਆ ਸੀਗਾ ਅਤੇ ਬੱਬਰ ਸ਼ੇਰ ਲਹੂ ਲਹਾਨ ਹੋ ਗਿਆ ਸੀਗਾ। ਤਾਂ ਐਡੀ ਭਾਰੀ ਸ਼ਕਤੀ ਹਰੀ ਸਿੰਘ ਨਲੂਏ ਦੀ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਖੁਦ ਦੰਗ ਰਹਿ ਗਿਆ ਸੀਗਾ। ਅਤੇ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਇੱਕ ਫਿਰ ਵੱਡਾ ਬਸੰਤੀ ਦੀਵਾਨ ਕਰਾਇਆ ਸੀਗਾ। ਇਹ ਜਿਹੜਾ ਦੀਵਾਨ ਸੀਗਾ ਇਹਦੇ ਵਿੱਚ ਫਿਰ ਸਰਦਾਰ ਹਰੀ ਸਿੰਘ ਨਲੂਏ ਨੂੰ ਉਸ ਟਾਈਮ ਨਲੂਏ ਦੀ ਉਪਾਧੀ ਦਿੱਤੀ ਗਈ ਸੀ। ਆਪ ਸੰਗਤਾਂ ਜਾਣਦੀਆਂ ਕਿ ਪਿੱਛੋਂ ਜੋ ਇੱਕ ਅੱਲ ਚੱਲੀ ਆਉਂਦੀ ਸੀ ਉਹਦੇ ਵਿੱਚ ਇੱਕ ਜਿਹੜਾ ਨਲ ਰਾਜਾ ਸੀਗਾ ਉਹਨੇ ਕਿਸੇ ਬੱਬਰ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਅਤੇ ਇਸ ਕਰਕੇ ਉਸ ਰਾਜੇ ਦੇ ਨਾਂ ਦੇ ਉੱਤੇ ਹਰੀ ਸਿੰਘ ਨਲੂਏ ਨੂੰ ਇਹ ਜਿਹੜੀ ਨਲੂਏ ਦੀ ਉਪਾਧੀ ਭਰੇ ਦੀਵਾਨ ਦੇ ਵਿੱਚ ਫਿਰ ਦਿੱਤੀ ਸੀਗੀ। ਜਦ ਹਰੀ ਸਿੰਘ ਨਲੂਏ ਦੀ ਉਪਾਧੀ ਤੋਂ ਬਾਅਦ ਫਿਰ ਹਰੀ ਸਿੰਘ ਨਲੂਏ ਦਾ ਪ੍ਰਤਾਪ ਜਿਹੜਾ ਸੀਗਾ ਉਹ ਐਡਾ ਵੱਧ ਗਿਆ ਸੀਗਾ ਕਿ ਹਰੀ ਸਿੰਘ ਨਲੂਆ ਫਿਰ ਜਿੱਥੇ ਵੀ ਜਾਂਦਾ ਸੀਗਾ, ਜਿੱਥੇ ਆਪਣੀ ਭਗਤੀ ਅਤੇ ਸ਼ਕਤੀ ਦੇ ਜੌਹਰ ਜਿਹੜੇ ਸੀਗੇ ਫੌਜ ਦੇ ਵਿੱਚ ਉਹਦੇ ਹੁੰਦੇ ਸੀਗੇ, ਉਸ ਨੂੰ ਦੇਖ ਕੇ ਜਿਹੜੇ ਆਮ ਵੱਡੇ ਵੱਡੇ ਯੋਧੇ ਸੀਗੇ ਉਹ ਵੀ ਭੈਭੀਤ ਹੋਣ ਲੱਗ ਪਏ ਸੀਗੇ। ਇੱਕ ਵਾਰ ਦੱਸਦੇ ਆ ਕਿ ਜਦੋਂ ਕਸ਼ਮੀਰ ਦੀ ਜੰਗ ਹੋਈ ਸੀ, ਇਸ ਕਸ਼ਮੀਰ ਦੀ ਜੰਗ ਦੇ ਵਿੱਚ ਜਦ ਹਰੀ ਸਿੰਘ ਨਲੂਆ ਕਮਾਂਡਰ ਬਣ ਕੇ ਉਸ ਜੰਗ ਨੂੰ ਫਤਿਹ ਕਰਨ ਵਾਸਤੇ ਜਦ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨਾਲ ਗਏ ਸੀ ਤਾਂ ਉਸ ਟਾਈਮ ਫਿਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਜਦ ਇਹ ਕਸ਼ਮੀਰ ਦਾ ਇਲਾਕਾ ਜਿੱਤਣਾ ਸੀ ਅਤੇ ਕੀ ਦੇਖਿਆ ਸੀਗਾ ਕਿ ਇਹ ਜਿਹੜਾ ਕਸ਼ਮੀਰੀ ਇਲਾਕਾ ਸੀਗਾ ਇਹ ਪਹਾੜੀ ਇਲਾਕਾ ਹੋਣ ਦੇ ਕਾਰਨ ਜਿਸ ਜਗ੍ਹਾ ਇਹ ਜੰਗ ਫਤਿਹ ਕਰਨੀ ਸੀ ਉਸ ਰਸਤੇ ਦੇ ਵਿੱਚ ਪਹਾੜੀਆਂ ਦੇ ਉੱਪਰ 10 ਕਿਲ੍ਹੇ ਬਣੇ ਹੋਏ ਸੀਗੇ। ਇਹ ਜਿਹੜੇ 10 ਕਿਲ੍ਹੇ ਸੀਗੇ ਸਰ ਕਰਕੇ ਫਿਰ ਹੀ ਰਾਜੇ ਦੇ ਮਹਿਲ ਤੱਕ ਕੋਈ ਜਾ ਸਕਦਾ ਸੀਗਾ। ਪਰ ਉਸ ਟਾਈਮ ਦੱਸਦੇ ਆ ਕਿ ਕਸ਼ਮੀਰ ਦੇ ਰਾਜੇ ਦੇ ਪਾਸ ਇੱਕ ਬੜਾ ਸ਼ਕਤੀਸ਼ਾਲੀ ਯੋਧਾ ਸੀਗਾ। ਉਸ ਯੋਧੇ ਦੇ ਉੱਤੇ ਕਸ਼ਮੀਰ ਦੇ ਰਾਜੇ ਨੂੰ ਬੜਾ ਫਖਰ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਏ ਉੱਤੇ ਫਖਰ ਵਾ। ਸੋ ਜਦ ਉਹ ਯੋਧਾ ਜਿਹੜਾ ਸੀਗਾ ਜਦ ਮੈਦਾਨੇ ਜੰਗ ਦੇ ਵਿੱਚ ਹਰੀ ਸਿੰਘ ਨਲੂਏ ਦੇ ਮੁਕਾਬਲੇ 'ਤੇ ਨਿਕਲਿਆ ਸੀਗਾ
ਤੇ ਉਸ ਕਸ਼ਮੀਰੀ ਯੋਧੇ ਨੇ ਆਪਣੇ ਉੱਤੇ ਸਜੋ ਜਿਹੜੀ ਸੀ ਲੋਹੇ ਦੀ ਉਹ ਪਹਿਨੀ ਹੋਈ ਸੀ। ਪਰ ਜਦ ਇਹ ਜੰਗ ਹੋਈ ਸੀ, ਇਸ ਜੰਗ ਦੇ ਵਿੱਚ ਹਰੀ ਸਿੰਘ ਨਲੂਏ ਨੇ ਐਸਾ ਭਰਮਾਂ ਵਾਰ ਕੀਤਾ ਸੀਗਾ ਕਸ਼ਮੀਰੀ ਯੋਧੇ ਉੱਤੇ ਕਿ ਉਹ ਜਿਹੜਾ ਯੋਧਾ ਸੀਗਾ ਉਸੇ ਟਾਈਮ ਹਰੀ ਸਿੰਘ ਨਲੂਏ ਦੀ ਸ੍ਰੀ ਸਾਹਿਬ ਦੇ ਨਾਲ ਸਣੇ ਸੰਜੋਗ ਉਹਦਾ ਜਿਹੜਾ ਸਰੀਰ ਸੀਗਾ ਉਹ 2 ਹਿੱਸਿਆਂ ਦੇ ਵਿੱਚ ਕੱਟ ਹੋ ਗਿਆ ਸੀਗਾ। ਐਸਾ ਭਰਮਾਂ ਵਾਰ ਹਰੀ ਸਿੰਘ ਨਲੂਏ ਨੇ ਉਸ ਯੋਧੇ 'ਤੇ ਕੀਤਾ ਸੀ ਕਿ ਉਸ ਜਿਹੜਾ ਯੋਧੇ ਨੇ ਸੰਜੋਗ ਪਾਈ ਸੀ ਉਸ ਸੰਜੋਗ ਨੂੰ ਕੱਟਦੀ ਹੋਈ ਤਲਵਾਰ ਜਿਹੜੀ ਸੀ ਇਸ ਦੇ ਸਰੀਰ ਨੂੰ 2 ਜਗ੍ਹਾ ਦੇ ਵਿੱਚੋਂ ਫੱਟ ਦੇ ਵਿੱਚ ਤਬਦੀਲ ਕਰ ਗਈ ਸੀ। ਤਾਂ ਫਿਰ ਜਦੋਂ ਯੋਧਾ ਮਰਿਆ ਸੀ ਉਸ ਤੋਂ ਬਾਅਦ ਫਿਰ ਖਾਲਸੇ ਫੌਜਾਂ ਦੀ ਜਿਹੜੀ ਹੌਸਲੇ ਸੀਗੇ ਉਹ ਬੁਲੰਦ ਹੋ ਗਏ ਸੀਗੇ। ਇਸ ਤਰ੍ਹਾਂ ਇਹ ਜਿਹੜਾ ਕਸ਼ਮੀਰ ਸੀਗਾ ਫਿਰ ਸਰ ਕੀਤਾ ਗਿਆ ਸੀਗਾ। ਇਸ ਤਰ੍ਹਾਂ ਦੱਸਦੇ ਆ ਕਿ ਹਰੀ ਸਿੰਘ ਨਲੂਆ ਜਿਹੜੇ ਸੀਗੇ ਉਹ ਖਾਸ ਕਰਕੇ ਇਸਤਰੀ ਜਾਤੀ ਦੇ ਪ੍ਰਤੀ ਇੰਨੇ ਸਤਿਕਾਰਯੋਗ ਸੀਗੇ ਕਿ ਕਿਸੇ ਵੀ ਅਬਲਾ ਵੱਲ ਉਹ ਅੱਖ ਭਰ ਕੇ ਦੇਖਣਾ ਤੇ ਇੱਕ ਪਾਸੇ ਕੀ ਆ, ਅਗਰ ਕਿਸੇ ਅਬਲਾ ਦੀ ਕੋਈ ਵੀ ਬੇਨਤੀ ਹਰੀ ਸਿੰਘ ਨਲੂਏ ਤੱਕ ਪਹੁੰਚਦੇ ਸੀ ਤੇ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਹਰੀ ਸਿੰਘ ਨਲੂਆ ਉਹਦੀ ਮਦਦ ਕਰਨ ਵਾਸਤੇ ਤਤਪਰ ਰਹਿੰਦੇ ਸੀਗੇ। ਇੱਕ ਵਾਰ ਦੱਸਦੇ ਆ ਕਿ ਜਦ ਹਰੀ ਸਿੰਘ ਨਲੂਆ ਜਿਹੜੇ ਸੀਗੇ ਉਹ ਆਪਣੇ ਸਿੰਘਾਂ ਦੇ ਇੱਕ ਜਥੇ ਦੇ ਨਾਲ ਕਿਸੇ ਜੰਗਲ ਦੇ ਵਿੱਚੋਂ ਜਾ ਰਹੇ ਸੀ, ਉਸ ਟਾਈਮ ਹਿੰਦੁਸਤਾਨ ਦਾ ਇੱਕ ਜੋ ਹਿੰਦੂ ਰਾਜਾ ਸੀ ਜਿਸ ਦੀ ਲੜਕੀ ਜਿਹੜੀ ਬਹੁਤ ਖੂਬਸੂਰਤ ਸੀ, ਤੇ ਇਸ ਖੂਬਸੂਰਤ ਲੜਕੀ ਦਾ ਡੋਲਾ ਜਦ ਉਹਨਾਂ ਟਾਈਮਾਂ ਵਿੱਚ ਤੁਰਿਆ ਸੀ ਤੇ ਇਸ ਡੋਲੇ ਨੂੰ ਲੁੱਟਣ ਵਾਸਤੇ ਪਠਾਨਾਂ ਦੀਆਂ ਜਿਹੜੀਆਂ ਸਾਰੀਆਂ ਸਕੀਮਾਂ ਸੀਗੀਆਂ ਕਿ ਇਸ ਡੋਲੇ ਨੂੰ ਲੁੱਟਣਾ ਹੈਗਾ। ਸੋ ਪਠਾਨਾਂ ਨੇ ਕਿਵੇਂ ਸਕੀਮਾਂ ਦੇ ਨਾਲ ਉਹ ਜਿਹੜਾ ਡੋਲਾ ਸੀਗਾ ਉਹ ਉਸ ਰਾਜੇ ਦੀ ਬੇਟੀ ਦਾ ਲੁੱਟਿਆ ਸੀਗਾ। ਜਦੋਂ ਪਠਾਨ ਡੋਲਾ ਲੈ ਕੇ ਬੱਲੋ ਬੱਲੀ ਜਿਹੜੇ ਸੀਗੇ ਉਹ ਜੰਗਲਾਂ ਦੇ ਖੁਫੀਆ ਰਸਤੇ ਵਿੱਚੋਂ ਲੰਘ ਰਹੇ ਸੀ ਤਾਂ ਉਸ ਰਾਜੇ ਦੀ ਲੜਕੀ ਦੀਆਂ ਜਿਹੜੀਆਂ ਚੀਕਾਂ ਪੁਕਾਰਾਂ ਸੀਗੀਆਂ ਉਹ ਕੁਦਰਤੀ ਹਰੀ ਸਿੰਘ ਨਲੂਏ ਜੀ ਦੇ ਕੰਨਾਂ ਦੇ ਤੱਕ ਪਹੁੰਚੀਆਂ ਸੀਗੀਆਂ। ਜਦ ਕੰਨਾਂ ਤੱਕ ਪਹੁੰਚੀਆਂ ਸੀ ਫਿਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਸਿੰਘਾਂ ਨੂੰ ਆਖਿਆ ਸੀਗਾ ਵੀ ਆਹ ਦੱਸੋ ਇਹ ਕਿਸ ਅਬਲਾ ਔਰਤ ਦੀ ਪੁਕਾਰ ਹੈਗੀ ਜਿਹੜੀ ਸਾਡੇ ਕੰਨਾਂ ਤੱਕ ਪਹੁੰਚ ਰਹੀ ਆ, ਔਰ ਉਹ ਵੀ ਸੁੰਨ ਸਮਾਨ ਬਿਲਕੁਲ ਇਲਾਕੇ ਦੇ ਅੰਦਰ। ਤੇ ਫਿਰ ਜਦ ਸਿੰਘਾਂ ਨੇ ਜਾ ਕੇ ਉੱਪਰ ਪਹਾੜੀ 'ਤੇ ਚੜ੍ਹ ਕੇ ਦੇਖਿਆ ਸੀ ਤੇ ਕੀ ਦੇਖਿਆ ਸੀਗਾ ਕਿ ਇੱਕ ਪਠਾਣਾਂ ਦਾ ਬਹੁਤ ਵੱਡਾ ਸਮੂਹ ਇੱਕ ਡੋਲੇ ਨੂੰ ਲੁੱਟ ਕੇ ਜਿਹੜਾ ਹੈਗਾ ਉਹ ਬਾਹੋ ਦਾ ਹੀ ਆਪਣੇ ਖੁਫੀਆ ਅੱਡੇ ਵੱਲ ਜਾ ਰਿਹਾ ਹੈਗਾ। ਜਦ ਸਿੰਘਾਂ ਨੇ ਇਹ ਖਬਰ ਸਰਦਾਰ ਹਰੀ ਸਿੰਘ ਨਲੂਏ ਨੇ ਦਿੱਤੀ ਸੀ, ਉਸੇ ਟਾਈਮ ਸਰਦਾਰ ਹਰੀ ਸਿੰਘ ਨੇ ਸਿੰਘਾਂ ਨੂੰ ਆਵਾਜ਼ਾਂ ਦੇ ਕੇ ਆਖਿਆ ਸੀ ਕਿ ਖਾਲਸਾ ਜੀ ਤਿਆਰ ਹੋ ਕੇ ਇੱਕਦਮ ਇਹਨਾਂ ਪਠਾਣਾਂ ਦੇ ਉੱਤੇ ਯਕਦਮ ਹਮਲਾ ਕਰਨਾ ਹੈਗਾ। ਤੇ ਇਹ ਕਹਿ ਕੇ ਜਦ ਸਰਦਾਰ ਹਰੀ ਸਿੰਘ ਨਲੂਆ ਆਪ ਜਿਹੜੇ ਸੀਗੇ ਉਹਨਾਂ ਪਠਾਣਾਂ ਦੇ ਟੋਲੇ ਦੇ ਮੋਹਰੇ ਜਦ ਹਥਿਆਰਾਂ ਦੇ ਨਾਲ ਖੜੇ ਹੋ ਗਏ ਸੀ ਤਾਂ ਉਹ ਪਠਾਨ ਜਿਹੜੇ ਦੇਖਦੇ ਸਾਰ ਹੀ ਉਹ ਡੋਲਾ ਛੱਡ ਕੇ ਭੱਜ ਗਏ ਸੀ। ਜਦ ਡੋਲਾ ਛੱਡ ਕੇ ਭੱਜੇ ਸੀ ਫਿਰ ਸਰਦਾਰ ਹਰੀ ਸਿੰਘ ਨਲੂਏ ਨੇ ਸਿੰਘਾਂ ਨੂੰ ਆਖਿਆ ਸੀ ਕਿ ਦੇਖੋ ਇਸ ਡੋਲੇ ਦੇ ਵਿੱਚ ਕਿਸ ਦੀ ਬੇਟੀ ਜਿਹੜੀ ਹੈਗੀ ਆ ਉਹ ਵਿਆਹੀ ਹੋਈ ਆ। ਤੇ ਜਦ ਸਿੰਘਾਂ ਨੇ ਉਹ ਡੋਲਾ ਚੱਕ ਕੇ ਦੇਖਿਆ ਸੀ ਤਾਂ ਸਿੰਘ ਵੀ ਜਿਹੜੇ ਸੀਗੇ ਉਹ ਹੈਰਾਨ ਹੋ ਗਏ ਸੀ ਕਿ ਉਹਦੇ ਵਿੱਚ ਇੱਕ ਜਿਹੜਾ ਰਾਜਾ ਸੀਗਾ ਉਸ ਦੀ ਜਿਹੜੀ ਸੁੰਦਰ ਕੰਨਿਆ ਸੀਗੀ ਉਹ ਉਸ ਡੋਲੇ ਦੇ ਵਿੱਚ ਬੈਠੀ ਹੋਈ ਸੀ ਤੇ ਬਹੁਤ ਹੀ ਰੋ ਰਹੀ ਸੀ। ਜਦ ਹਰੀ ਸਿੰਘ ਨਲੂਏ ਨੂੰ ਸਿੰਘਾਂ ਨੇ ਇਹ ਦੱਸਿਆ ਤੇ ਸਰਦਾਰ ਹਰੀ ਸਿੰਘ ਨਲੂਆ ਆਪ ਉਸ ਡੋਲੇ ਦੇ ਕਰੀਬ ਗਏ ਤੇ ਉਸ ਲੜਕੀ ਨੂੰ ਬੇਟੀ ਕਹਿ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਨਵਾਜਿਆ ਸੀਗਾ ਤੇ ਉਹਨੂੰ ਇਹ ਆਖਿਆ ਸੀ ਬੇਟਾ ਜਦ ਤੱਕ ਅਸੀਂ ਇਸ ਧਰਤੀ ਦੇ ਉੱਤੇ ਹੈਗੇ ਹਾਂ ਤੇਰੇ ਵੱਲ ਕੋਈ ਵੀ ਜਿਹੜਾ ਹੈ ਨਾ ਦੁਸ਼ਟ ਵਿਅਕਤੀ ਆ ਕਦੀ ਵੀ ਅੱਖ ਭਰ ਕੇ ਦੇਖ ਨਹੀਂ ਸਕਦਾ ਹੈਗਾ। ਸੋ ਜਦ ਇਹ ਜਿਹੜਾ ਦਿਲਾਸਾ ਸੀ ਹਰੀ ਸਿੰਘ ਨਲੂਏ ਨੇ ਉਸ ਬੇਟੀ ਨੂੰ ਦਿੱਤਾ ਸੀ ਤੇ ਫਿਰ ਉਸ ਬੇਟੀ ਨੂੰ ਜਦੋਂ ਪਤਾ ਲੱਗਾ ਵੀ ਇਹੀ ਸਰਦਾਰ ਹਰੀ ਸਿੰਘ ਨਲੂਆ ਹੈ ਤਾਂ ਉਹ ਬੇਟੀ ਜਿਹੜੀ ਉਸ ਟਾਈਮ ਡੋਲੇ ਦੇ ਦੁੱਖ ਦੇ ਵਿੱਚ ਰੋ ਰਹੀ ਸੀ ਉਹ ਖੁਸ਼ੀ ਦੇ ਵਿੱਚ ਹੋਰ ਚਾਂਗਾ ਮਾਰ ਕੇ ਰੋਣ ਲੱਗ ਪਈ। ਔਰ ਉਸ ਨੇ ਫਿਰ ਸਰਦਾਰ ਹਰੀ ਸਿੰਘ ਨਲੂਏ ਨੂੰ ਇਹ ਆਖਿਆ ਸੀਗਾ ਕਿ ਅਗਰ ਤੁਸੀਂ ਮੈਨੂੰ ਆਪਣੀ ਬੇਟੀ ਬਣਾਇਆ ਹੈ ਤਾਂ ਇਹ ਜਿਹੜਾ ਵਚਨ ਹੈਗਾ ਇਸ ਨੂੰ ਤੁਸੀਂ ਆਪਣੇ ਅੰਤ ਤੱਕ ਮੇਰੇ ਨਾਲ ਨਿਭਾ ਕੇ ਰੱਖਣਾ ਹੈਗਾ। ਫਿਰ ਉਸ ਤੋਂ ਬਾਅਦ ਹਰੀ ਸਿੰਘ ਨਲੂਏ ਨੇ ਜਿਹੜਾ ਸੀਗਾ ਉਹ ਇਹ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਧਰਮ ਦੀ ਬੇਟੀ ਅਤੇ ਮੈਂ ਤੇਰੇ ਧਰਮ ਦਾ ਪਿਤਾ ਹੈ। ਅਤੇ ਜਦ ਇਹ ਗੱਲ ਹਰੀ ਸਿੰਘ ਨਲੂਏ ਨੇ ਉਸ ਹਿੰਦੂ ਬੇਟੀ ਨੂੰ ਆਖੀ ਸੀ ਤਾਂ ਫਿਰ ਉਸ ਬੇਟੀ ਨੇ ਆਖਿਆ ਸੀਗਾ ਕਿ ਹੁਣ ਮੈਂ ਸਹੁਰੇ ਘਰ ਨਹੀਂ ਜਾਣਾ, ਮੈਂ ਤੁਹਾਡੀ ਪਿਤਾ ਜੀ ਸੇਵਾ ਕਰਨੀ ਆ। ਅਤੇ ਪਰ ਹਰੀ ਸਿੰਘ ਨਲੂਏ ਨੇ ਆਖਿਆ ਸੀਗਾ ਕਿ ਬੇਟੀਆਂ ਜਿਹੜੀਆਂ ਸਹੁਰੇ ਘਰ ਹੀ ਜਾਂਦੀਆਂ ਸੱਜਦੀਆਂ ਹੈਗੀਆਂ ਅਤੇ ਇਸ ਕਰਕੇ ਮੈਂ ਤੈਨੂੰ ਆਪ ਤੇਰੇ ਸਹੁਰੇ ਘਰ ਆਪ ਖੁਦ ਛੱਡਣ ਜਾਵਾਂਗਾ। ਅਤੇ ਜਦ ਫਿਰ ਸਰਦਾਰ ਹਰੀ ਸਿੰਘ ਨਲੂਆ ਜਿਹੜੇ ਸਿੰਘਾਂ ਸਮੇਤ ਉਸ ਲੜਕੀ ਦੇ ਸਹੁਰੇ ਘਰ ਉਹਦਾ ਡੋਲਾ ਜਿਹੜਾ ਸੀ ਸੁਰੱਖਿਅਤ ਛੱਡ ਕੇ ਆਏ ਸੀ ਅਤੇ ਫਿਰ ਉਹ ਜਿਹੜਾ ਸਹੁਰਾ ਪਰਿਵਾਰ ਸੀਗਾ ਉਹ ਇੰਨਾ ਖੁਸ਼ ਹੋਇਆ ਸੀਗਾ। ਉਹਨਾਂ ਨੇ ਫਿਰ ਸਰਦਾਰ ਹਰੀ ਸਿੰਘ ਨਲੂਏ ਨੂੰ ਉਹਦੇ ਵਿੱਚੋਂ ਇੱਕ ਬਹੁਤ ਤਕੜੇ ਪੰਡਿਤ ਸੀਗੇ ਉਹਨਾਂ ਨੇ ਇਹ ਸਵਾਲ ਕੀਤਾ ਸੀਗਾ ਕਿ ਇਹ ਜਿਹੜੀ ਲੜਕੀ ਹੈ ਇਹਦੀਆਂ ਖੂਬਸੂਰਤੀਆਂ ਧੂੰਮਾਂ ਪੂਰੇ ਇਲਾਕੇ ਵਿੱਚ ਪਹਿਲਾਂ ਹੀ ਸਨ, ਪਰ ਇਹਦਾ ਡੋਲਾ ਲੁੱਟਣ ਵਾਸਤੇ ਪਹਿਲਾਂ ਹੀ ਪਠਾਣਾਂ ਨੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਸੀ ਜਿਹਦੇ ਵਿੱਚ ਸਫਲ ਵੀ ਹੋਏ ਆ। ਪਰ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਇਹ ਲੜਕੀ ਡੋਲੇ ਦੇ ਵਿੱਚੋਂ ਤੁਹਾਡੇ ਸਿੰਘਾਂ ਨੇ ਤੱਕੀ ਸੀ ਅਤੇ ਇਹਦੇ ਹੁਸਨ ਨੂੰ ਦੇਖ ਕੇ ਤੁਹਾਡੇ ਸਿੰਘਾਂ ਦੀ ਕੀ ਹਾਲਤ ਸੀ। ਜਦ ਇਹੋ ਜਿਹਾ ਜਿਹੜਾ ਗੰਭੀਰ ਸਵਾਲ ਕਿਸੇ ਪੰਡਿਤ ਨੇ ਹਰੀ ਸਿੰਘ ਨਲੂਏ ਨੇ ਕੀਤਾ ਸੀ ਅਤੇ ਫਿਰ ਹਰੀ ਸਿੰਘ ਨਲੂਏ ਨੇ ਜਿਹੜਾ ਸੀਗਾ ਉਹ ਉਸ ਟਾਈਮ ਬੜਾ ਸੁੰਦਰ ਜਵਾਬ ਦਿੱਤਾ ਸੀ ਅਤੇ ਇਹ ਆਖਿਆ ਸੀਗਾ
कि ये लड़की बेशक सुंदर है लेकिन है तो ये मिट्टी दी ही मूर्ति, पर मेरे जिहड़े ਸਿੰਘਵਾ है तो ये भी मिट्टी दी मूर्ति। पर गल एक है कि गल घाड़त दी है। इस लड़की नूं जिहड़ी घाड़त घड़ी आ वो जिहड़ी है वो कुदरत ने घड़ी आ, पर मेरे ਸਿੰਘਾਂ ਦੀ घाड़त जिहड़ी है वो दशमेश पिता ने आप हथीं घड़ी हुई है। ये फर्क है। इस करके दशमेश पिता की घड़ी हुई हथी घाड़त दे उत्ते एक मिट्टी के बुत का की असर होना सीगा। जद ये जिहड़ा जवाब सीगा सरदार हरी सिंह तो सुन के उस टाइम जिहड़े बड़े बड़े पंडित ये देखण आए सी वो भी दंग रह गए सी। इस तो पता लगता कि जिथे सरदार हरी सिंह नलूआ जी बहुत बड़े बहादुर जरनैल और खास करके युद्ध कला दे विच रणनीति दे विच इन्ने सुपन्न सीगे, तो उत्थे नाल बहुत ज़्यादा विद्वान ते विचारशील भी सीगे और बहुत गहराई तो जब ये जवाब जिहड़े सुनते सी ते बड़े बड़े पंडित भी मूँह 'च उंगलियां पा के बैठ जाते सीगे। इस तो बाद एक नहीं अनेकां घटनावां सरदार हरी सिंह नलूए दे जीवन दे उत्ते मिलदियां है कि मैं जिहड़ी वन्नों वो पठाणन सीगी उसने भी ये खाश कीती सी कि मैं हरी सिंह नलूए नूं एक बार जरूर तकना हैगा जिन्ने साडे इलाके विच आके पठाणां दे बंब बुला दित्ते आ। पर ये जदों वन्नों जिहड़ी सी अपणियां सखियां दे नाल सरदार हरी सिंह नलूए नूं मिलण वास्ते जद इहदी रिहाइश ते पहुंची सी ते इन्हें जद सरदार हरी सिंह नलूए नूं देखिया सी ते देखदी रह गई सी। तो इसने फिर मन च इच्छा जाहिर की कि मैं आप जी दे नाल शादी करना चाहुंदी हाँ, तो इस तो बाद मैं अपने पेट तो आप जैसा पुत्र पैदा करनी चाहुंदी हाँ। जद ये गल हुई सी तो फिर सरदार हरी सिंह नलूए दी अखां दे विच जद वीर रास बन्नों ने देखिया सीगा तो वो जिहड़ी सी वीर रास देखदे सारी बहुत घबरा गई सी। पर फिर भी हरी सिंह नलूए ने उसनूं धीरज दे के आख्या कि ठीक आ तू साडे घर आई आ तो साडा घर गुरु नानक दा घर हैगा, तो गुरु नानक दे घर विचों कोई खाली नहीं जाऊगा, ये तेरी आस मुरास मैं जरूर पूरी करूँगा। उस टाइम फिर सरदार हरी सिंह नलूए ने उस जिहड़ी वन्नों सीगी पठाणन उसनूं ये वचन दिता सीगा कि अज तो बाद मैं तेरे धर्म का पुत्र हाँ तो तू मेरे धर्म की माँ हैगी आ। जब ये जवाब वन्नों ने सुनिया सीगा तो उस दे अंदर जिहड़ी वासना सी वो खंभ ला के उठ गई सी, तो जारो जार रो पई सीगी। सो कहण तो भाव ये है कि सरदार हरी सिंह नलूआ जिस भी जगह ते गए सी बड़े बड़े जिहड़े पठान सीगे सरदार हरी सिंह नलूए तो जिथों बहुत ज़्यादा भै भीत खांदे सी, अंदरों बड़ा सत्कार भी रखते हुंदे सी। और इत्थों तक पठाणा नूं ये पता सी कि सरदार हरी सिंह नलूआ किसी इस्तरी औरत दे उत्ते हत्थ नहीं चकदे। इस करके पठाणा ने उन्हां टाइमां दे विच सरदार हरी सिंह नलूए तो बचण वास्ते अपना जिहड़ा लिबास सीगा वो इस्तरियां वाला ही उन्हां टाइमां दे विच कबूल कर लिया सीगा। सो एक नहीं इस तरह दी अनेकां घटनावां सरदार हरी सिंह नलूए जी के जीवन दे विचों सानूं मिलदियां है। और सानूं इस गल दा फकर हैगा कि अज दुनिया दे विच शक्तिशाली मुल्क जिन्हां विचों अमेरिका भी हैगा, उसने भी एक बार जिहड़ा सीगा ये दस्सिया सीगा कि अगर दुनिया दे विचों सब तो बड़ा जरनैल गिणिया जाता है तो वो केवल ते केवल सरदार हरी सिंह नलूआ जी हैं। क्यों? क्योंकि अज तक पठाणी इलाके दे अंदर पठाणी लोगों के उत्ते अपना दबदबा दबाउण वास्ते दुनिया के जिहड़े शक्तिशाली मुल्क आ उन्होंने अपना पूरा जोर लाया, जिहदे विच अमेरिका रशिया ते होर भी कई कंट्रियां शामिल सी। पर ये लोग अफगानिस्तान के जिहड़े लोकी सीगे उन्हां दे उत्ते अपना दबदबा कायम नहीं कर सके। अगर दुनिया के उत्ते पठाणा के उत्ते अपना दबदबा जां राज किसी ने कायम किया, अपने राज के झंडे चलाए आ, तो इस पठाणी इलाके दी जिहड़ियां औरतां हैगियां उन्हां दे उत्ते दिलां दे उत्ते अगर राज किसी ने किया है तो वह किया है केवल तो केवल सरदार हरी सिंह नलूए ने। और जिथों तक सरदार हरी सिंह नलूए का गहरा जिहड़ा प्रभाव आ वो पठाणी लोकां दे औरतां ते बच्चों के मनां दे उत्ते इन्ना छा गया सीगा कि अगर कोई पठाणी घोड़ा जिहड़ा सी पानी नहीं सी पींदा तो पठाण अपने घोड़े नूं ये आख दिंदे सी कि किते तू इस जल दे विच हरी सिंह नलूए की तस्वीर तो नहीं देख रहा हैगा। और खास करके पठाणा जिन्हां दे बच्चे जिहड़े रात नूं सौंदे नहीं सी तो अपने बच्चे नूं ये डरावा दिंदियां सी कि बेटा सौ जा नहीं तो हरी सिंह नलूआ आ जाएगा। सो सरदार हरी सिंह नलूए की ऐसी जिहड़ी विलक्षणता सी उन्हां टाइमां दे विच पूरे संसार दे विच मन्नी जांदी सी। और अज भी सरदार हरी सिंह नलूए के मुकाबले दे विच दुनिया का कोई भी जरनैल जिहड़ा है अज तक उभर नहीं सकिया और ना ही कोई उभरेगा, क्योंकि जिन्हां दे उत्ते आप खास करके दशमेश पिता जी का सखा ते तकड़ा हथ उन्हां दे शीश दे उत्ते होवे ते उन्हां दे मुकाबले विच कोई दूसरा योद्धा किवें अगे आ सकदा है। सो अज कौम नूं पूरा फकर है, कली सिख कौम नूं वर्ल्ड दीआं जिन्नियां भी सारियां कौमां सब नूं फकर है कि इहो जिहे योद्धे सरदार हरी सिंह नलूए वर्गे
ਇਸ ਸੰਸਾਰ ਦੇ ਵਿੱਚੋਂ ਚਲੇ ਤਾਂ ਗਏ ਆ, ਪਰ ਇਹੋ ਜਿਹੇ ਯੋਧਿਆਂ ਦਾ ਜਿਹੜਾ ਬੀਜ ਹੈਗਾ ਉਹ ਵੀ ਅੱਜ ਸੰਸਾਰ ਦੇ ਵਿੱਚ ਬਹੁਤ ਘੱਟ ਦਿਖਾਈ ਦਿੰਦਾ ਹੈ। ਸੋ ਜ਼ਰੂਰਤ ਹੈਗੀ ਆ ਕਿ ਹਰੀ ਸਿੰਘ ਨਲੂਏ ਜੀ ਦੀਆਂ ਜਿਹੜੀਆਂ ਜੀਵਨ ਸਿੱਖਿਆਵਾਂ ਹੈਗਾ ਉਹਨਾਂ ਉੱਤੇ ਚੱਲਣ ਦੀ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੀ, ਤਾਂ ਜੋ ਜਿਹੜੇ ਖਾਲਸੇ ਦੀ ਚੜ੍ਹਦੀ ਕਲਾ ਹੈਗੀ ਆ ਉਹ ਦਿਨ ਪ੍ਰਤੀ ਦਿਨ ਉੱਚੀ ਹੋਵੇ। ਸੋ ਦਾਸ ਇੰਨੇ ਹੀ ਬਚਨ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਦੇ ਸੰਬੰਧੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।